तुमरी शरण तुम्हारी आसा, तुम ही सजन सोहेले। राखो राखण हार दयाला, नानक कर के गोले। सा धरती भई हरियावली, जिथ मेरा सतगुर बैठा सिजंत भय हरियावले। जिन्हीं मेरा सतगुर देखा जाए। धन धन पिता, धन धन कुल, धन धन सो जननी। जिन गुरु जने माए। परम सन्मानी योग जुगो जुग टल चबर छत्र तख्त दे मालिक। धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जिन्हां नूं जिंदगी विच एक बार फिर 8वें पातशाह बाला प्रीतम अष्टम बलवीरा धन धन सतगुरु गुरु हरकृष्ण साहब महाराज सच्चे पातशाह जियां दा पावन पवित्र प्रकाश पुरब मनाउण दा सुभाग प्राप्त होया। नौवें गुरुदेव सतगुरु गुरु तेग बहादुर साहब महाराज सच्चे पातशाह जियां दे पावन पवित्र स्थान ते सतगुरु जियां ने आप कृपा बख्शिश करके उद्यम मत और प्रेरणा आप समूह संगतां नूं प्रबंधकां नूं और इस सोसाइटी के समूह मैंबरां नूं बख्शिश कीती है। सतगुरु जी का कोटान कोट शुक्र शुक्र शुकराना है जो सतगुरु सच्चे पातशाह जी आपां सारिਆਂ तो हाज़री लै रहे हैं। क्योंकि साध संगत मनुख दे वस दी गल नहीं, वो धर्म का कोई कर्म कर सके, सतगुर की दया दृष्टि होवे तां तुसीं कर सकते हो। पातशाह ने बाणी अंदर बचन कहा, शरीर एक साज है। तुसीं कीर्तन सुनिया हारमोनीयम के राही, दुनिया के तमाम राग 7 सुरां विच बंद हो जाते हैं। जिन्ने भी राग ने वो 7 सुरां विच भरे ने, पर साध संगत तो साज विचों राग उहिओ बाहर वजदा है जिहड़ा वजाउण वाला वजाउंदा है, नहीं तो साज ते चुप पिया। इदां शरीर एक साज है, जिन्नी देर करता पुरख सतगुरु नदर दृष्टि करके इहदे कोलों कर्म ना करावे, ये शरीर धर्म का कर्म नहीं कर सकता। साहब ने बचन कहे, उद्यम मत प्रभ अंतर जामी, ज्यों प्रेरे त्यों करना, ज्यों नटुआ तंत बजाए तंती त्यों बाजें जंत जना। सतगुरु जी का शुकराना है, उन्हें साडे शरीर रूपी साज तो धर्म का राग कढ़ा रहा है, धर्म के कर्म करा रहा है। क्योंकि यह शरीर सब धर्म है, जिस अंदर सच्चे की बिच जोत, गोहज रतन विच लुक रहे, कोई गुरमुख सेवक कढ़े खोत।
ਸਤਿਗੁਰ ਦੀ ਨਦਰ ਦ੍ਰਿਸ਼ਟੀ ਹੋਈ ਹੈ। ਆਓ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜੀਏ। ਕੋਈ ਵੀ ਰਸਨਾ ਬੰਝੀ ਨਾ ਰਵੇ। ਇੱਕ ਵਾਰ ਲਵਾਓ ਹਾਜ਼ਰੀ ਤੇ ਅਸੀਸ ਬਖਸ਼ੋ। ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਧਰਤੀ ਤੇ ਤੁਸੀਂ ਬੈਠੇ ਹੋ ਸਾਧ ਸੰਗਤ, ਇੱਕ ਵਿਦਵਾਨ ਲਿਖਦਾ ਹੈ, ਸਦੀਆਂ ਪਹਿਲਾਂ ਇਸ ਚੌਂਕ ਦਾ ਨਾਮ ਚਾਂਦਨੀ ਚੌਂਕ ਸੀ। ਕਾਗਜ਼ਾਂ ਵਿੱਚ ਤੇ ਅੱਜ ਵੀ ਹੈ। ਔਰ ਸਾਧ ਸੰਗਤ, ਇਹ ਚੌਂਕ ਪਤਾ ਕਿਉਂ ਮਸ਼ਹੂਰ ਸੀ? ਬਿਲਕੁਲ ਸ਼ਾਹੀ ਕਿਲੇ ਦੇ ਸਾਹਮਣੇ ਇਹ ਚੌਂਕ ਹੈ। ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੈ। ਇਤਿਹਾਸ ਵਿੱਚ ਸਦੀਆਂ ਪਹਿਲਾਂ ਇਹ ਚੌਂਕ ਇਸ ਲਈ ਮਸ਼ਹੂਰ ਸੀ ਕਿ ਸਰਕਾਰੀ ਖਰਚ ਉੱਤੇ ਇਸ ਜਗ੍ਹਾ ਉੱਤੇ ਸਾਧ ਸੰਗਤ ਦੇਸੀ ਘਿਓ ਦੇ ਦੀਪਕ ਜਗਦੇ ਸਨ। ਇਹ ਚੌਂਕ ਚਾਨਣ ਨਾਲ ਭਰਿਆ ਹੁੰਦਾ ਸੀ। ਚਾਰ ਸਵੇਰੇ ਮਸ਼ਾਲਾਂ ਜਗਦੀਆਂ ਸਨ। ਸ਼ਾਹੀ ਲੋਕ, ਰਾਜੇ ਰਾਣੀਆਂ ਇਸ ਚੌਂਕ ਵਿੱਚ ਸੈਰ ਕਰਦੇ ਸਨ। ਪਰ ਸਾਧ ਸੰਗਤ, ਸਦੀਆਂ ਪਹਿਲਾਂ ਇਹ ਚੌਂਕ ਦੀਵਿਆਂ ਦੀ ਚਾਨਣੀ ਕਰਕੇ ਮਸ਼ਹੂਰ ਸੀ। ਉਹ ਦੀਵੇ ਵੀ ਕਦੋਂ ਦੇ ਬੁਝ ਗਏ, ਉਹ ਦੀਵੇ ਜਗਾਉਣ ਵਾਲੇ ਲੋਕ ਕਦੋਂ ਦਾ ਉਹਨਾਂ ਦਾ ਨਾਮ ਇਸ ਧਰਤੀ ਤੋਂ ਮਰ ਮਿਟ ਗਿਆ। ਪਰ ਸਾਧ ਸੰਗਤ, ਜੇ ਇਹ ਚੌਂਕ ਸਦੀਵੀ ਕਾਲ ਵਾਸਤੇ, ਸਦਾ ਵਾਸਤੇ ਅਮਰ ਹੋਇਆ, ਜੇ ਇਸ ਚੌਂਕ ਦੀ ਮਸ਼ਹੂਰੀ ਤੇ ਇਸ ਚੌਂਕ ਦੀ ਵਡਿਆਈ ਸਦਾ ਵਾਸਤੇ ਹੋਈ ਹੈ, ਇਹ ਹੁਣ ਦੀਵਿਆਂ ਦੀ ਚਾਨਣੀ ਕਰਕੇ ਨਹੀਂ, ਸਾਧ ਸੰਗਤ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਕਰਕੇ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਲੱਖਾਂ ਜਗ੍ਹਾ ਬਣੀਆਂ ਨੇ। ਰਾਜਿਆਂ ਦੇ ਮਰਨ ਤੋਂ ਬਾਅਦ ਉਹ ਕਿਲੇ ਖੰਡਰ ਹੋ ਗਏ। ਰਾਜਿਆਂ ਦੇ ਜਾਣ ਤੋਂ ਬਾਅਦ ਉਹਨਾਂ ਮਹਿਲਾਂ ਨੂੰ ਕਿਸੇ ਨਹੀਂ ਪੁੱਛਿਆ। ਪਰ ਸਾਧ ਸੰਗਤ, ਇਹ ਧਰਤੀ ਸਦਾ ਵਾਸਤੇ ਅਮਰ ਤੇ ਚਾਨਣ ਨਾਲ ਭਰ ਗਈ। ਕਿਉਂ? ਇਸ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਔਰ ਸਤਿਗੁਰ ਦੇ ਤਿੰਨ ਪਿਆਰੇ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਕਦੇ ਉਹ ਦੀਵੇ ਜਿਹੜੇ ਕੱਲੇ ਦੇਸੀ ਤੇਲ ਜਾਂ ਘਿਓ ਨਾਲ ਜਗਦੇ ਸਨ, ਪਲਾਂ ਬਾਅਦ ਸਾਧ ਸੰਗਤ, ਰਾਤ ਵਿੱਚ ਉਹ ਤੇਲ ਮੁੱਕ ਜਾਣਾ, ਦੀਵੇ ਬੁੱਝ ਜਾਣੇ, ਇਹ ਚੌਂਕ ਫਿਰ ਹਨੇਰੇ ਨਾਲ ਭਰ ਜਾਣਾ। ਪਰ ਜਦੋਂ ਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦੇ ਕੇ ਆਪ ਔਰ ਆਪਣੇ ਸਿੱਖਾਂ ਦੀ ਰੱਤ ਇਸ ਧਰਤੀ ਤੇ ਪਾਈ ਹੈ, ਸਦੀਵੀ ਕਾਲ, ਸਦੀਆਂ ਗੁਜ਼ਰ ਗਈਆਂ ਨੇ, ਸਦੀਆਂ ਗੁਜ਼ਰ ਜਾਣਗੀਆਂ, ਇਸ ਧਰਤੀ ਦਾ ਚਾਨਣ ਕਦੇ ਘੱਟ ਨਹੀਂ ਹੋਏਗਾ। ਉਹ ਵਿਦਵਾਨ ਲਿਖਦਾ ਹੈ, ਕਹਿੰਦਾ, ਦਿੱਲੀ ਦੇ ਅੱਜ ਵੀ ਚਾਨਣੀ ਚੌਂਕ ਅੰਦਰ ਲੋਕੀ ਰੋਜ਼ ਉਹਦੀਆਂ ਗੱਲਾਂ ਵਿੱਚ ਰੁੱਝ ਜਾਂਦੇ, ਪਰ ਜਦੋਂ ਤੇਗ ਬਹਾਦਰ ਦਾ ਨਾਂ ਆਉਂਦਾ, ਦੀਵੇ ਚਾਨਣੀ ਚੌਂਕ ਦੇ ਬੁੱਝ ਜਾਂਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਵਡਿਆਈ ਕਰਕੇ ਇਸ ਧਰਤੀ ਨੂੰ ਨਮਸਕਾਰ ਹੈ। ਸਾਧ ਸੰਗਤ, ਸਤਿਗੁਰ ਦੇ ਦਰ ਤੇ ਤੁਸੀਂ ਜੁੜ ਬੈਠੇ ਹੋ। ਜਿਹੜੀ ਗੱਲ ਵੀਰ ਜੀ ਤੁਹਾਨੂੰ ਕਹਿ ਰਹੇ ਸਨ, ਇਹ ਗੁਰਮਤਿ ਦਾ ਬੜਾ ਸੰਦੇਸ਼ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਨਾ ਸਨਿਓਟੀ ਹੈ, ਨਾ ਰਿਜ਼ਰਵੇਸ਼ਨ ਹੈ। ਦੋਵੇਂ ਚੀਜ਼ਾਂ ਰੱਦ ਕੀਤੀਆਂ ਗਈਆਂ ਸ਼ੁਰੂ ਤੋਂ। ਸਾਧ ਸੰਗਤ, ਦੁਨੀਆ ਦੇ ਹਰ ਖਿੱਤੇ ਵਿੱਚ, ਹਰ ਜੋਬ ਉੱਤੇ ਸਨਿਓਰਟੀ ਤੇ ਰਿਜ਼ਰਵੇਸ਼ਨ ਕੰਮ ਕਰਦੀ ਹੈ। ਪਰ ਮਾਫ ਕਰਿਓ, ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਬੇਨਤੀ ਕਹੀ, ਬੰਦਾ ਆਪਣੀ ਅਕਲ ਸਮਝ ਜਾਂ ਅਕੈਡਮਿਕ ਐਜੂਕੇਸ਼ਨ ਦੇ ਨਾਲ ਤੁਸੀਂ ਦੁਨੀਆ ਦੀ ਵਿਆਖਿਆ ਕਰ ਸਕਦੇ ਹੋ, ਸੰਸਾਰ ਦੇ ਗਿਆਨ ਦੀ ਗੱਲ ਕਰ ਸਕਦੇ ਹੋ, ਪਰ ਸਾਧ ਸੰਗਤ, ਗੁਰੂ ਦੀ ਵਿਆਖਿਆ ਦੁਨੀਆ ਦੇ ਗਿਆਨ ਨਾਲ ਨਹੀਂ ਹੋ ਸਕਦੀ। ਗੁਰੂ ਦੀ ਵਿਆਖਿਆ ਇਹ ਅਕੈਡਮਿਕ ਐਜੂਕੇਸ਼ਨ ਨਾਲ ਹੋਏ ਨਹੀਂ ਸਕਦੀ। ਜੇ ਤੁਸੀਂ ਬਾਹਰੀ ਗਿਆਨ ਨਾਲ ਕਹੋਗੇ ਗੁਰੂ ਦੀ ਵਿਆਖਿਆ ਕਰਨੀ ਤਾਂ ਵਿਆਖਿਆ ਹੋ ਨਹੀਂ ਸਕੇਗੀ। ਵਿਆਖਿਆ ਉਸ ਚੀਜ਼ ਦੀ ਹੁੰਦੀ ਹੈ ਸਾਧ ਸੰਗਤ, ਜਿਹੜੀ ਚੀਜ਼ ਸੀਮਾ ਵਿੱਚ ਵੱਜੀ ਹੋਵੇ। ਤੁਹਾਡਾ ਸ਼ਹਿਰ ਸੀਮਾ ਵਿੱਚ ਹੈ, ਜਮਨਾ ਟੱਪ ਜਾਓ ਇਲਾਕਾ ਹੋਰ ਸ਼ੁਰੂ ਹੋ ਜਾਂਦਾ, ਬਾਹਰਲਾ ਆ ਗਾਜੀਪੁਰ ਵੱਡ ਟੱਪੋ ਇਹ ਸਟੇਟ ਹੋਰ ਸ਼ੁਰੂ ਹੋ ਜਾਂਦੀ ਹੈ। ਇਹ ਜਗ੍ਹਾ ਸੀਮਾ ਵਿੱਚ ਹੈ, ਇਹਦੀ ਵਿਆਖਿਆ ਕੀਤੀ ਜਾ ਸਕਦੀ ਹੈ। ਇੱਥੇ ਕਿੰਨੇ ਲੱਖਾਂ ਲੋਕ ਰਹਿੰਦੇ ਨੇ, ਕਿੰਨੇ ਪੈਟਰੋਲ ਪੰਪ ਨੇ, ਕਿੰਨੇ ਕਾਲਜ, ਕਿੰਨੇ ਸਕੂਲ, ਕਿੰਨੇ ਹਸਪੀਟਲ ਨੇ। ਸ਼ਹਿਰ ਦੀ ਵਿਆਖਿਆ ਹੋ ਸਕਦੀ ਹੈ, ਦੇਸ਼ ਦੀ ਵਿਆਖਿਆ ਹੋ ਸਕਦੀ ਹੈ, ਦੁਨੀਆ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਪਰ ਸਾਧ ਸੰਗਤ ਗੁਰੂ ਦੀ ਵਿਆਖਿਆ ਨਹੀਂ ਹੋ ਸਕਦੀ। ਕਿਉਂ? ਗੁਰੂ ਸੀਮਾ ਵਿੱਚ ਨਹੀਂ, ਗੁਰੂ ਅਸੀਮ ਹੈ।
ਜਿਹੜੀ ਚੀਜ਼ ਅਸੀਮ ਹੋ ਜਾਏ ਉਹਦੀ ਸਾਧ ਸੰਗਤ ਵਿਆਖਿਆ ਨਹੀਂ, ਸਿਰਫ ਵਡਿਆਈ ਕੀਤੀ ਜਾ ਸਕਦੀ ਹੈ। ਪਾਤਸ਼ਾਹ ਨੇ ਬਚਨ ਕਹੇ, ਦੁਨੀਆ ਦੇ ਲੋਕੋ ਨਾਮ ਦੀ ਵਿਆਖਿਆ ਨਹੀਂ, ਨਾਮ ਦੀ, ਰੱਬ ਦੇ ਨਾਮ ਦੀ ਸਿਰਫ ਵਡਿਆਈ ਹੁੰਦੀ ਹੈ। ਗੁਰੂ ਦੀ ਵਿਆਖਿਆ ਨਹੀਂ, ਗੁਰੂ ਦੀ ਸਿਰਫ ਵਡਿਆਈ ਕੀਤੀ ਜਾ ਸਕਦੀ ਹੈ। ਨਾਮ ਜਪਣ ਵਾਲੇ ਸੰਤ ਦੀ ਵਿਆਖਿਆ ਨਹੀਂ, ਸੰਤ ਦੀ ਸਿਰਫ ਤੇ ਸਿਰਫ ਵਡਿਆਈ ਹੋ ਸਕਦੀ ਹੈ। ਕਿਉਂਕਿ ਦੁਨੀਆ ਵਿੱਚ ਨਦੀਆਂ ਦਰਿਆ ਵਗਦੇ ਨੇ, ਦਰਿਆਵਾਂ ਤੇ ਨਦੀਆਂ ਦੀ ਵਿਆਖਿਆ ਹੁੰਦੀ ਹੈ, ਉਹਦਾ ਨਾਮ ਰੱਖਿਆ ਜਾਂਦਾ ਹੈ। ਆ ਜਮਨਾ ਹੈ, ਆ ਗੰਗਾ, ਆ ਸਰਸਵਤੀ, ਗੋਦਾਵਰੀ, ਦਰਿਆਵਾਂ ਦੀ ਵਿਆਖਿਆ ਇਹ ਵਿਆਸ ਹੈ, ਸਤਲੁਜ ਹੈ। ਸਾਧ ਸੰਗਤ ਨਦੀਆਂ ਦੀ ਵਿਆਖਿਆ ਹੋ ਸਕਦੀ ਹੈ, ਦਰਿਆਵਾਂ ਦੀ ਵਿਆਖਿਆ ਹੋ ਸਕਦੀ। ਕਿਉਂ? ਉਹ ਸੀਮਾ ਵਿੱਚ ਹੈ ਭਾਈ, ਅੱਗੇ ਜਾ ਕੇ ਸੀਮਾ ਮੁੱਕ ਜਾਂਦੀ ਹੈ, ਉਹ ਕਿਸੇ ਬੰਧਨ ਵਿੱਚ ਹੈ। ਪਰ ਮਾਫ ਕਰਿਓ, ਜਦੋਂ ਉਹ ਨਦੀਆਂ, ਨਾਲਿਆਂ, ਦਰਿਆਵਾਂ ਦਾ ਜਲ ਜਾ ਕੇ ਕਿਸੇ ਸਮੁੰਦਰ ਵਿੱਚ ਮਿਲ ਜਾਂਦਾ ਹੈ, ਸਾਗਰ ਦੀ ਵਿਆਖਿਆ ਨਹੀਂ, ਉਹਨੂੰ ਕਦੇ ਨਹੀਂ ਕਹਿੰਦੇ ਇਹ ਗੰਗਾ, ਜਮਨਾ, ਸਰਸਵਤੀ ਦਾ ਪਾਣੀ ਹੈ, ਉਹਨੂੰ ਇੱਕੋ ਕਹਿੰਦੇ ਨੇ ਇਹ ਸਾਗਰ ਦਾ ਪਾਣੀ ਹੈ। ਇੱਦਾਂ ਸਾਧ ਸੰਗਤ ਦੁਨੀਆ ਵਿੱਚ ਸੀਮਾ ਵਿੱਚ ਚੱਲਣ ਵਾਲਿਆਂ ਦੀ ਵਿਆਖਿਆ ਹੋ ਸਕਦੀ ਹੈ, ਅਸੀਮ ਹੋ ਜਾਏ ਉਹਦੀ ਕੋਈ ਵਿਆਖਿਆ ਨਹੀਂ ਹੈ। ਸਾਹਿਬ ਨੇ ਜਪਜੀ ਸਾਹਿਬ ਅੰਦਰ ਕਿਹਾ, ਤੁਹਾਨੂੰ ਬਚਨ ਯਾਦ ਹੈ, ਜਿੱਥੇ ਹਜ਼ੂਰ ਕਹਿੰਦੇ ਸਾਲਾਂ ਹੀ ਸਾਲਾ, ਪੜੋ ਇੱਕ ਵਾਰ, ਸਾਲਾਂ ਹੀ ਸਾਲਾ ਇਤੀ ਸੁਰਤਨ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਜਦੋਂ ਉਹ ਨਦੀਆਂ, ਦਰਿਆ ਸਮੁੰਦਰ ਵਿੱਚ ਪੈ ਜਾਣ, ਸਾਧ ਸੰਗਤ ਉਹਨਾਂ ਦੀ ਵਿਆਖਿਆ ਨਹੀਂ, ਫਿਰ ਵਡਿਆਈ ਹੁੰਦੀ ਹੈ। ਕਿਉਂ? ਉਹ ਅਸੀਮ ਹੋ ਗਏ। ਇੱਦਾਂ ਗੁਰੂ ਦੀ ਵਿਆਖਿਆ ਵਾਰੀ ਅਕੈਡਮਿਕ ਐਜੂਕੇਸ਼ਨ ਨਾਲ ਹੋਏ ਨਹੀਂ ਸਕਦੀ। ਜਿਹੜੀ ਚੀਜ਼ ਨੂੰ ਦੁਨੀਆ ਕਹਿੰਦੀ ਹੈ ਇੰਪੋਸੀਬਲ, ਗੁਰੂ ਉਹਨੂੰ ਪੋਸੀਬਲ ਕਰਕੇ ਵਿਖਾ ਦਿੰਦਾ। ਜਿਹਨੂੰ ਦੁਨੀਆ ਦੀ ਮੈਡੀਕਲ ਸਾਇੰਸ ਕਹੇਗੀ ਇਹ ਹੋਏ ਨਹੀਂ ਸਕਦਾ, ਉਹਨੂੰ ਗੁਰੂ ਕਰਕੇ ਵਿਖਾ ਦਿੰਦਾ। ਇਹਦੀ ਵਿਆਖਿਆ ਬਾਹਰੀ ਗਿਆਨ ਨਾਲ ਨਹੀਂ ਹੋ ਸਕਦੀ ਕਿ ਪਿੰਗਲ ਪਰਵਤ ਪਹਾੜ ਪਰੇ, ਖਲ ਚਤਰ ਵਕੀਤਾ, ਅੰਧਲੇ ਤਿਰ ਭਵਨ ਸੁਝਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗਹਰੇ, ਨਿਰਮਲ ਭੈ ਚੀਤਾ। ਪਿੰਗਲੇ ਨੂੰ ਪਰਬਤ ਬਚਾਉਣ ਉੱਤੇ ਦੁਨੀਆ ਦੀ ਵਿਆਖਿਆ ਕਦੇ ਨਹੀਂ ਹੋ ਸਕੇਗੀ। ਸੰਸਾਰ ਦੇ ਲੋਕ ਕਹਿਣਗੇ ਪਿੰਗਲਾ ਬੰਦਾ ਪਰਬਤ ਕਿਵੇਂ ਚੜ੍ਹ ਜਾਏਗਾ, ਅੰਨਾ ਬੰਦਾ ਕਿਵੇਂ ਵੇਖ ਸਕਦਾ ਹੈ, ਗੁੰਗਾ ਬੰਦਾ ਕਿਵੇਂ ਬੋਲ ਸਕਦਾ ਹੈ। ਸਾਧ ਸੰਗਤ ਜਿਹਨੂੰ ਰੱਬ ਗੁੰਗਾ ਕਰਦਾ ਉਹਨੂੰ ਦੁਨੀਆ ਦੀ ਕੋਈ ਮੈਡੀਕਲ ਸਾਇੰਸ ਨਹੀਂ ਬੁਲਾ ਸਕਦੀ। ਪਰ ਮਾਫ ਕਰਿਓ, ਜੇ ਕੋਈ ਗੁੰਗਿਆਂ ਨੂੰ ਬੁਲਾ ਕੇ ਅਰਥ ਕਰਾ ਸਕਦਾ ਹੈ, ਉਹ ਮੇਰੇ ਗੁਰੂ ਵਿੱਚ ਬਲ ਹੈ। ਗੁਰੂ ਚਾਹਵੇ ਤਾਂ ਗੁੰਗਿਆਂ ਨੂੰ ਬੁਲਾ ਵੀ ਦਿੰਦਾ ਤੇ ਅਰਥ ਵੀ ਕਰਾ ਦਿੰਦਾ। ਇਸ ਲਈ ਸਾਧ ਸੰਗਤ ਗੁਰੂ ਦੀ ਵਡਿਆਈ ਕੀਤੀ ਜਾ ਸਕਦੀ ਹੈ, ਵਿਆਖਿਆ ਨਹੀਂ। ਜਿਹੜੀ ਚੀਜ਼ ਤੁਸੀਂ ਸੁਣੀ ਹੈ ਵੀਰ ਜੀ ਦੇ ਪਾਸੇ, ਸਨਿਓਟੀ ਤੇ ਰਿਜ਼ਰਵੇਸ਼ਨ ਰੱਦ ਹੈ ਗੁਰੂ ਦੇ ਘਰ ਵਿੱਚ। ਇੱਥੇ ਨਾ ਕੋਈ ਸਨਿਓਟੀ, ਨਾ ਕੋਈ ਰਿਜ਼ਰਵੇਸ਼ਨ। ਜਿਹਨੂੰ ਆਪਾਂ ਸੰਸਾਰ ਦਾ ਗਿਆਨ ਕਹਿੰਦੇ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਇਸ ਦੁਨੀਆ ਦੇ ਅੰਦਰ ਬੰਦਾ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਕਿਸੇ ਬੱਚੇ ਦਾ ਕਿੰਨਾ ਵੀ ਸ਼ਾਰਪ ਮਾਈਂਡ, ਉਹਦਾ ਦਿਮਾਗ ਕਿੰਨਾ ਤੇਜ਼ ਹੋਵੇ, ਪਰ ਸਾਧ ਸੰਗਤ ਤੁਹਾਡਾ ਕਾਨੂੰਨ ਕਹਿੰਦਾ 18 ਸਾਲ ਤੋਂ ਉਮਰ ਘੱਟ ਹੋਵੇ ਉਹਨੂੰ ਕੋਈ ਜੌਬ ਨਹੀਂ ਦਿੱਤੀ ਜਾ ਸਕਦੀ। 18 ਸਾਲ ਤੋਂ ਉਮਰ ਘੱਟ ਹੈ ਉਹਨੂੰ ਵੋਟ ਦਾ ਕੋਈ ਅਧਿਕਾਰ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਕੋਈ ਲੱਖ ਕਵੇ ਪੁਲਿਸ ਵਾਲਿਆਂ ਨੂੰ ਜੀ ਇਹ ਡਰਾਈਵ ਬਹੁਤ ਸੋਹਣੀ ਕਰਦਾ, ਇਹਨੂੰ ਡਰਾਈਵਿੰਗ ਚੰਗੀ ਤਰ੍ਹਾਂ ਆਉਂਦੀ ਹੈ, ਉਹ ਕਹਿਣਗੇ ਨਹੀਂ ਉਮਰ ਘੱਟ ਹੈ, ਲਾਇਸੈਂਸ ਨਹੀਂ ਬਣ ਸਕਦਾ। 18 ਸਾਲ ਤੋਂ ਉਮਰ ਘੱਟ ਹੈ, ਡਰਾਈਵਿੰਗ ਲਾਇਸੈਂਸ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਮੈਰਿਜ ਵਿਆਹ ਸ਼ਾਦੀ ਗੈਰ ਕਾਨੂੰਨੀ ਹੈ। 18 ਸਾਲ ਤੋਂ ਉਮਰ ਘੱਟ ਹੈ, ਵੋਟ ਪਾਉਣ ਦਾ ਅਧਿਕਾਰ ਨਹੀਂ। 18 ਸਾਲ ਤੋਂ ਉਮਰ ਘੱਟ ਹੈ, ਕਿਸੇ ਜੌਬ ਅਹੁਦੇ ਉੱਤੇ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਇਹ ਦੁਨੀਆ ਦਾ ਗਿਆਨ ਹੈ, ਪਰ ਮੇਰੇ ਗੁਰੂ ਦੇ ਘਰ ਦੀ ਵਿਆਖਿਆ ਕਿਵੇਂ ਕਰੋਗੇ? ਇੱਥੇ 5 ਸਾਲ ਦੀ ਉਮਰ ਵਿੱਚ ਵੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਨੇ। ਇਸ ਲਈ ਸਾਧ ਸੰਗਤ ਇਹਦੀ ਕੀ ਵਿਆਖਿਆ ਕਰੋਗੇ? 5 ਸਾਲ ਦੀ ਉਮਰ ਵਿੱਚ ਗੁਰੂ ਕਿਵੇਂ ਹੋ ਸਕਦਾ ਹੈ? ਸੰਸਾਰ ਦੇ ਲੋਕ ਸਵਾਲ ਕਰਨਗੇ। ਦੁਨੀਆ ਦਾ ਕਾਨੂੰਨ ਹੈ 18 ਸਾਲ ਤੋਂ ਉਮਰ ਘੱਟ ਹੈ, ਕਿਸੇ ਅਹੁਦੇ ਤੇ ਬਿਠਾਇਆ ਨਹੀਂ ਜਾ ਸਕਦਾ, ਪਰ ਗੁਰੂ ਦੇ ਘਰ ਦੀ ਵਡਿਆਈ ਵੱਖਰੀ ਹੈ। ਇੱਥੇ 5 ਸਾਲ ਦੀ ਉਮਰ ਵਿੱਚ ਵੀ ਗੁਰੂ ਹੈ। ਇੱਥੇ 5 ਸਾਲ ਦੀ ਉਮਰ ਵਿੱਚ ਕੋਈ ਭਗਤ ਹੋ ਸਕਦਾ ਹੈ। 5 ਵਰਖ ਕੋ ਅਨਾਥ ਧਰੂ ਬਾਰਿਕ, ਹਰ ਸਿਮਰਤ ਅਮਰ ਅਟਾਰੇ। 5 ਸਾਲ ਦੀ ਉਮਰ ਵਿੱਚ ਧਰੂ ਭਗਤ ਹੈ, ਅਮਰ ਤੇ ਅਟਲ ਪਦਵੀ ਨੂੰ ਪਹੁੰਚ ਗਏ। 8 ਸਾਲ ਦੀ ਉਮਰ ਵਿੱਚ ਪ੍ਰਹਿਲਾਦ ਭਗਤ ਹੈ, ਜਿਹਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ, ਹਰ ਜੁਗ ਜੁਗ ਭਗਤੋ ਪਾਇਆ, ਪਹਿਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਤਿਹਾਸ ਪੜ੍ਹ ਕੇ ਵੇਖਿਓ 8 ਸਾਲ ਦੀ ਉਮਰ ਹੈ।
8 ਸਾਲ ਦੀ ਉਮਰ ਵਿੱਚ ਪ੍ਰਹਿਲਾਦ ਭਗਤ ਹੈ। 5 ਸਾਲ ਦੀ ਉਮਰ ਵਿੱਚ ਅਟਲ ਪਦਵੀ ਧਰੂ ਨੂੰ ਮਿਲੀ। 5 ਸਾਲ ਦੀ ਉਮਰ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਬਣੇ। ਇੱਥੇ ਹੀ ਵਸ ਨਹੀਂ, ਪੌਣੇ 7 ਤੇ ਪੌਣੇ 9 ਸਾਲ ਦੀ ਉਮਰ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਪਾਤਸ਼ਾਹ ਦੇ ਸਾਹਿਬਜ਼ਾਦੇ ਸਾਧ ਸੰਗਤ ਸ਼ਹਾਦਤ ਦਾ ਜਾਮ ਪੀ ਗਏ, ਸ਼ਹੀਦ ਅਖਵਾਏ ਨੇ। ਆਪਾਂ ਕਈ ਵਾਰ ਕਹਿੰਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਕਿਹਾ ਇਹ ਅਸਾਂ ਬਣਾ ਲਿਆ ਸਾਧ ਸੰਗਤ, ਉਹ ਜਿੰਦਾਂ ਨਿੱਕੀਆਂ ਨਹੀਂ ਸਨ। ਪੌਣੇ 7 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਣਾ, ਇੰਨਾ ਅਸਹਿ ਕਸ਼ਟ ਸਾਰਨਾ, ਉਹ ਜਿੰਦ ਨਿੱਕੀ ਨਹੀਂ ਹੋ ਸਕਦੀ, ਉਹ ਜਿੰਦਾਂ ਵੀ ਬਹੁਤ ਵੱਡੀਆਂ ਸਨ। ਸਾਧ ਸੰਗਤ ਸਰੀਰਕ ਉਮਰ ਛੋਟੀ ਹੋ ਸਕਦੀ ਹੈ, ਜਿੰਦ ਛੋਟੀ ਨਹੀਂ। ਖੈਰ ਹੁਣ ਜਿਹੜੀ ਗੱਲ ਮੈਂ ਤੁਹਾਡੇ ਸਮਕਸ਼ ਰੱਖਣੀ, ਸਨਿਊਟੀ ਤੇ ਰਿਜ਼ਰਵੇਸ਼ਨ ਦੋਵੇਂ ਰੱਦ ਨੇ। ਇੱਥੇ ਇਹ ਨਹੀਂ ਕਿ ਉਮਰ ਛੋਟੀ ਹੈ। ਦੂਜਾ ਪੱਖ ਵੇਖੋ ਜਿਹੜਾ ਵੀਰ ਜੀ ਨੇ ਕਿਹਾ, ਉਹ ਕੀ ਹੈ, ਤੁਸੀਂ ਕਿੰਨੇ ਵੀ ਪੜ੍ਹੇ ਲਿਖੇ ਇੰਟੈਲੀਜੈਂਟ ਹੋ, ਦਿਮਾਗ ਕੰਮ ਕਰਦਾ ਹੈ, ਗਵਰਨਮੈਂਟ ਕਹਿੰਦੀ ਹੈ ਉਮਰ 60 ਸਾਲ ਦੀ ਹੋ ਗਈ, ਬੰਦਾ ਰਿਟਾਇਰ ਕਰ ਦਿਓ। 60 ਸਾਲ ਦੀ ਉਮਰ ਹੈ, ਜੌਬ ਤੋਂ ਰਿਟਾਇਰ ਕਰ ਦਿਓ। 60 ਸਾਲ ਦੀ ਉਮਰ ਹੈ, ਇਹ ਜੌਬ ਕਰਨ ਦੇ ਲਾਇਕ ਨਹੀਂ। ਔਰ ਮਾਫ ਕਰਿਓ, ਉਹ ਬੰਦਾ ਬਿਲਕੁਲ ਸਹੀ ਸਲਾਮਤ ਵੀ ਹੋਵੇ, ਗਵਰਨਮੈਂਟ ਉਹਨੂੰ ਰਿਟਾਇਰਮੈਂਟ ਦੇ ਦਿੰਦੀ ਹੈ। ਦੂਜੇ ਪਾਸੇ ਵੇਖਿਓ, ਜਿਹੜੇ ਸਮਾਜ ਵਿੱਚ ਆਪਾਂ ਰਹਿੰਦੇ ਆ, 60 ਸਾਲ ਦੀ ਉਮਰ ਹੋ ਜਾਏ ਲੋਕ ਬੁੱਢਾ ਕਹਿਣ ਲੱਗ ਪੈਂਦੇ ਨੇ। ਸਾਹਿਬ ਨੇ ਕਿਹਾ ਸਮਾਜ ਦੇ ਪੱਖ ਤੋਂ ਕਿ ਦੁਨੀਆ ਦੇ ਲੋਕੋ 60 ਸਾਲ ਦਾ ਬੰਦਾ ਦੁਨੀਆ 'ਚ ਬੁੱਢਾ ਹੋ ਜਾਂਦਾ ਹੈ। ਸਮਾਜ ਕਹਿੰਦਾ ਬੰਦਾ ਬੁੱਢਾ ਹੋ ਗਿਆ, 40 ਪੁਰ ਹੋਏ 85 ਪੱਗ ਖਿਸੈ 60 ਕੇ ਬੁਢੇਪਾ ਆਵੇ। ਤੇ ਜੇ ਉਮਰ 70 ਸਾਲ ਦੀ ਹੋ ਜਾਏ ਨਾ, ਫਿਰ ਤਾਂ ਘਰ ਵਾਲੇ ਵੀ ਕਹਿਣ ਲੱਗ ਪੈਂਦੇ ਆ ਮਤਹੀਣ ਹੈ, ਕਿਸੇ ਕੰਮ ਵਿੱਚੋਂ ਕੰਮ ਕਵੇ ਕਾਕਾ ਕੀ ਗੱਲ ਕਰਦੇ ਹੋ, ਬਾਪੂ ਤੁਸੀਂ ਬੈਠੇ ਰਹੋ, ਤੁਹਾਨੂੰ ਨਹੀਂ ਪਤਾ। ਜਿਹੜੇ ਬੰਦੇ ਨੇ ਇੰਨੇ ਕੰਮ ਕੀਤੇ ਹੁਣ 70 ਸਾਲ ਦੀ ਉਮਰ ਵਿੱਚ ਕਹਿੰਦੇ ਨੇ ਬੀਬੀ ਤੂੰ ਨਾ ਵਿੱਚ ਬੋਲਿਆ ਕਰ, ਮਮਾ ਤੁਹਾਨੂੰ ਨਹੀਂ ਪਤਾ ਤੁਸੀਂ ਚੁੱਪ ਰਹੋ। ਦੇਖੋ ਸਾਧ ਸੰਗਤ, ਜਿਹੜੇ ਬੰਦੇ ਨੇ ਘਰ ਬਣਾਇਆ, ਕੰਮ ਕੀਤੇ, ਤਰੱਕੀ ਕੀਤੀ, ਜੋਬਾਂ ਕੀਤੀਆਂ, ਇੰਨਾ ਕੋਈ ਬਣਾਇਆ ਘਰ ਲਈ, 70 ਸਾਲ ਦਾ ਹੋ ਜਾਏ ਉਹਦੀ ਔਲਾਦ ਪੁੱਤ ਪੋਤੇ ਕਹਿਣ ਲੱਗ ਪੈਂਦੇ ਨੇ ਪਾਪਾ ਤੁਹਾਨੂੰ ਨਹੀਂ ਪਤਾ ਤੁਸੀਂ ਚੁੱਪ ਰਹੋ। ਸੰਸਾਰ ਕਹਿੰਦਾ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ। ਸੰਸਾਰ ਦੇ ਲੋਕ 60 ਸਾਲ ਤੋਂ ਬਾਅਦ ਰਿਟਾਇਰ ਕਰ ਦਿੰਦੇ ਨੇ, ਪਰ ਗੁਰੂ ਦੇ ਘਰ ਦੀ ਕੀ ਵਿਆਖਿਆ ਕਰੋਗੇ? ਇੱਥੇ ਸਿਰਫ ਵਡਿਆਈ ਹੋ ਸਕਦੀ ਹੈ। ਇੱਥੇ 60 ਸਾਲ ਦੀ ਉਮਰ ਵਿੱਚ ਧੰਨ ਬਾਬਾ ਅਮਰਦਾਸ ਸਾਹਿਬ ਆ ਕੇ ਸਿੱਖੀ ਧਾਰਨ ਕਰਦੇ ਨੇ। 12 ਸਾਲ ਗੁਰੂ ਦੇ ਘਰ ਗਗਟ ਹੋਈ, ਜਿਹੜੀ ਉਮਰ ਵਿੱਚ ਲੋਕ ਕਹਿੰਦੇ 70 ਕਾ ਮਤਹੀਣ। 72 ਸਾਲ ਦੀ ਉਮਰ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਔਰ ਸਾਧ ਸੰਗਤ ਫਿਰ 72 ਸਾਲ ਦੀ ਉਮਰ ਤੋਂ ਲੈ ਕੇ 2 4 6 10 ਸਾਲ ਨਹੀਂ, ਇਤਿਹਾਸ ਪੜੋ, 22 ਸਾਲ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ। 94 ਸਾਲ ਦੀ ਉਮਰ ਤੱਕ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ। ਗੁਰੂ ਦੇ ਘਰ ਦੀ ਵਿਆਖਿਆ ਨਹੀਂ ਹੋ ਸਕਦੀ, ਸਿਰਫ ਵਡਿਆਈ ਕੀਤੀ ਜਾ ਸਕਦੀ। ਇੱਥੇ 90 ਸਾਲ ਦੀ ਉਮਰ ਵਿੱਚ ਲੋਕ ਕਹਿੰਦੇ ਨੇ ਹੁਣ ਤੇ ਬੰਦੇ ਦੀਆਂ ਕਬਰਾਂ ਵਿੱਚ ਲੱਤਾਂ। 90 ਸਾਲ ਦੇ ਬੰਦੇ ਨੂੰ ਕੌਣ ਪੁੱਛਦਾ ਹੈ? ਪਰ ਗੁਰੂ ਦੇ ਘਰ ਦੀ ਕੀ ਵਡਿਆਈ ਕਰੋਗੇ ਸੱਜਣੋ? ਇੱਥੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਇਤਿਹਾਸ ਪੜੋ, 98 ਸਾਲ ਦੀ ਉਮਰ ਹੈ, 98 ਈਅਰ, 98 ਸਾਲ ਉਮਰ। ਬਾਬਾ ਬੁੱਢਾ ਸਾਹਿਬ ਹਰਮੰਦਰ ਸਾਹਿਬ ਦੇ ਗ੍ਰੰਥੀ ਥਾਪੇ ਜਾਂਦੇ ਨੇ। ਇਸ ਤੋਂ ਵੱਡੀ ਹੋਰ ਕੀ ਵਿਆਖਿਆ ਹੋ ਸਕਦੀ? 98 ਸਾਲ ਦੀ ਉਮਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਸਾਹਿਬ ਤੁਸੀਂ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਲਈ, ਗ੍ਰੰਥੀ ਹੈੱਡ ਗ੍ਰੰਥੀ ਮੁੱਖ ਗ੍ਰੰਥੀ ਦੀ ਸੇਵਾ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਨੂੰ ਸੌਂਪੀ। ਉਹਨਾਂ ਹੱਥ ਜੋੜ ਕੇ ਕਿਹਾ ਮਹਾਰਾਜ ਕਿਸੇ ਪੜ੍ਹੇ ਲਿਖੇ ਨੂੰ ਸੇਵਾ ਦਿਓ ਨਾ। ਦੇਖੋ ਆਪਾਂ ਕਹਿੰਦੇ ਬੰਦਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਇਹ ਬੰਦੇ ਦੀ ਕੀ ਕੁਆਲੀਫਿਕੇਸ਼ਨ ਹੈ, ਅਕੈਡਮਿਕ ਐਜੂਕੇਸ਼ਨ ਕੀ ਹੈ? ਇਹ ਠੀਕ ਹੈ, ਬਾਹਰੀਆਂ ਜੋਬਾਂ ਲਈ ਚਾਹੀਦੀ ਹੈ, ਡਿਗਰੀਆਂ ਦੀ ਲੋੜ ਬਾਹਰ ਚਾਹੀਦੀ ਹੈ, ਪਰ ਗੁਰੂ ਘਰ ਵਿੱਚ ਇਹਨਾਂ ਡਿਗਰੀਆਂ ਦੀ ਜ਼ਰੂਰਤ ਨਹੀਂ। ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, ਪਰ ਗੁਰੂ ਦੀ ਪੜ੍ਹਾਈ ਬਿਲਕੁਲ ਦੁਨੀਆ ਤੋਂ ਵੱਖਰੀ ਹੈ। ਬਾਬਾ ਬੁੱਢਾ ਸਾਹਿਬ ਨੇ ਕਿਹਾ ਜੀ ਕਿਸੇ ਸਿੱਖ ਦੀ ਡਿਊਟੀ ਲਾਓ ਜਿਹੜੇ ਕੰਛੀ ਪੜ੍ਹ ਕੇ ਆਏ। ਮਹਾਰਾਜ ਤੁਸੀਂ ਕੰਛੀ ਪੜ੍ਹਨ ਘੱਲੇ ਸੀ, ਤੁਹਾਡੇ ਸਿੱਖ ਭਾਈ ਗੁਰਦਾਸ ਸਾਹਿਬ ਵਰਗੇ ਹੋਰ ਗੁਰੂ ਦੇ ਸਿੱਖ ਕੰਛੀ ਪੜ੍ਹ ਕੇ ਆਏ ਨੇ, ਸੰਸਕ੍ਰਿਤ ਜਾਣਦੇ ਨੇ। ਪੜ੍ਹਿਆ ਲਿਖਿਆ ਨੂੰ ਇਹ ਸੇਵਾ ਦਿਓ। ਮੈਂ ਤੇ ਬੁੱਢਾ ਮਹਾਰਾਜ ਪਸ਼ੂਆਂ ਨੂੰ ਘਾਹ ਖੋਦ ਕੇ ਪਾਉਣ ਵਾਲਾ, ਮਹਾਰਾਜ ਮੈਨੂੰ ਇਹ ਸੇਵਾ ਕਿਉਂ? ਸਤਿਗੁਰਾਂ ਇੱਕੋ ਹੀ ਬਚਨ ਕਿਹਾ ਬਾਬਾ ਬੁੱਢਾ ਸਾਹਿਬ ਇਹਦੇ ਵਿੱਚ ਬਾਣੀ ਵੀ ਉਹਨਾਂ ਦੀ ਹੈ ਜਿਨ੍ਹਾਂ ਨੇ 10 ਨੋਹਾਂ ਦੀ ਕਾਲ ਕਿਰਤ ਕਮਾਈ ਕੀਤੀ ਹੈ। ਬਾਬਾ ਬੁੱਢਾ ਸਾਹਿਬ ਮੈਨੂੰ ਬਾਹਰੀ ਅੱਖਰਾਂ ਦਾ ਗਿਆਨੀ ਨਹੀਂ ਚਾਹੀਦਾ, ਮੈਨੂੰ ਉਹ ਵਿਦਿਆ ਚਾਹੀਦੀ ਹੈ ਜਿਹੜੀ 12 ਸਾਲ ਦੀ ਉਮਰ ਵਿੱਚ ਵਿਦਿਆ ਵੇਖ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿਤਾ ਸੀ ਬੂੜਿਆ ਤੂੰ ਬੂੜਾ ਨਹੀਂ ਹੋ ਤੂੰ ਬੁੱਢਾ ਹੈ। 12 ਸਾਲ ਦੀ ਉਮਰ ਵਿੱਚ ਬੁੱਢੇ ਦਾ ਖਿਤਾਬ ਮਿਲਿਆ, ਉਹ ਵਿਦਿਆ ਗੁਰੂ ਦੇ ਘਰ ਪ੍ਰਵਾਨ ਨੇ। ਇੱਥੇ ਸਾਧ ਸੰਗਤ ਗੁਰਮੁਖ ਬੁੱਢੇ ਕਦੇ ਨਾ।
हुण दूजा पक्ष सुनियो, मैं इतिहास विचों कहना, सनियोरिटी ते रिजर्वेशन बिल्कुल कंडैम कीता साहब ने। जे गल इत्थे सनियोरिटी दी हुंदी तां साध संगत करतारपुर साहिब दी धरती श्री गुरु नानक साहब महाराज दे कोल सीनियर बंदे पए ने, जिन्हां नूं साध संगत 22 24 साल हो गए सेवा करदे। गुरु नानक साहब महाराज ने गुरता गद्दी नहीं दिती, इत्थे कोई सनियोरिटी नहीं, इत्थे 22 साल सेवा करन वाला संगत विच बैठा है ते 7 साल सेवा करन वाले लैणे नूं गुरु अंगद साहब महाराज बना दिता। साध संगत की कहोगे? इत्थे सिर्फ अंदर दी सेवा, कोई व्याख्या नहीं, इत्थे वडियाई कीती जांदी है। 22 25 साल सेवा निभाउण वाले संगत विच ने ते 7 साल सेवा करन वाले नूं तखत ते बिठा दिता। इत्थे कोई रिजर्वेशन नहीं। जे गल रिजर्वेशन दी हुंदी तां गुरु नानक साहब महाराज तो बाद बाबा श्री चंद साहब गुरता गद्दी ते बहिंदे, गुरु अंगद दे महाराज तो बाद उन्हां दे सुपुत्र भाई दातू गद्दी ते बैठदे, श्री गुरु अमरदास महाराज तो बाद उन्हां दे पुत्र बाबा मोहन बाबा मोरी गुरता गद्दी ते बहिंदे। इत्थे कोई रिजर्वेशन नहीं, इत्थे गुरु दी सेवा सेवक नूं मिल जांदी है। साध संगत इस घर विच दावा नहीं कोई मैनू इन्ने साल हो गए हुण अहुदा दिओ, पता नहीं गुरु ने किहड़े कोलों सेवा ले लैनी है। ये तो जितों सेवा सतगुरु लै रहे ने, सिख नूं समझना पेगा दाता ये तेरा तरस तेरी किरपा तेरी महरामत है। जे तुहाडा नदर दा मेहर दा हथ है तां सेवा हो रही है। महाराज तुसीं हथ चुक लिया, असीं कित्थों सेवा कर लांगे। एक पंक्ति मैं तुहाडे समक्ष कहनी है, तुसीं रोज़ बाणी पढ़दे हो। सतगुरां बाहरी तौर ते तीर्थ की वडियाई कीती है, कोई निंदिया नहीं। असीं कई बार निंदण लग पैंदे आ। जे साध संगत तुसीं किसी दे तीर्थ नूं निंदोगे, कल नूं तुहाडे तीर्थां ते भी सवाल खड़ा होना है। वो तुहानूं भी कहणगे भाई तुसीं क्यों दरबार साहिब इशनान करदे हो जी, तुसीं जल खूह दा क्यों सत्कार नाल लैंदे हो। इसलिए ये चीज़ां तुहानूं समझण बुझण दी जरूरत है। गुरु ने सानूं निंदिया तो वरजे। खैर पातशाह ने कहा भाई बाहरी तीरथ ते कोई इशनान करे पर उहदा अंदर दा हिरदा इशनान ना होवे, अंदर दा मन दा इशनान ना होवे, सुरती दा इशनान ना होवे, तां शरीर दा इशनान है जिवें किसे पानी में डड्डियां मछियां 24 घंटे रहिंदियां, ओह किहड़ा मुक्त हो जांदियां। जल के मज्जन जेगत होवे, नित नित मेंढक नहावे, जैसे मेंढक तैसे ओए नर फिर जोनी आवे। फिर साहब ने कहा बाहरले तीरथ ते आउण वालिया, मैं तेनू तीरथ की निंदिया करके हटावांगा नहीं। आ तू बाहरी सरोवर ते सिक्खा आया, पहला इशनान कर पर शरीर का इशनान करके मुड़ ना जाई। अगे 10 कदम बधी, गुरु तेरी सुरत का इशनान कराएगा। सिक्खा कल्ला पानी नाल इशनान करके ना मुड़ जाई, अगे 10 कदम आई, उस सरोवर तो अगे हरिमंदर शुरू हुंदा है, जिथे सिख दी सुरत दा गुरु बाणी नाल इशनान कराउंदा है। जिदन सिख सुरती करके बाणी नाल जुड़न लगदा है, उदन साहब ने कहा सुरती दा इशनान हो गया। हुण उहदी निशानी की है जी? शरीर दा इशनान होया, तुसीं स्वस्थ महसूस करदे हो, थकावट लथ जाती है, चेहरा साफ हो जाता है। सुरती दा इशनान है, उहदी की निशानी है? आ हुण सुनियो, तुहाडे काम आएगा। सुरती दा इशनान बाणी विच होण लग जाए, उहदी इक्को ही निशानी है, सेवा करन वाला बाणी पढ़न वाला सिख 24 घंटे 24 आवर कर्म करदियां गुरु नूं अंदरों कहण लग पैंदा है, दाता जे तू परोपकार ना करे मैं नाम नहीं जप सकदा, जे तू परोपकार ना करे मैं चल के नहीं आ सकदा। गुरु ने तंदुरुस्ती दित्ती, तुसीं इत्थों तक चल के आए हो, जे तंदुरुस्ती ना दवे किवें आ जाएंगे आपां। सिख 24 घंटे शुकराने विच रहण लग पैंदा है, इहनूं कहिंदे सुरती दा इशनान। जदों शुकराना करना भुल जाए, समझो तुहाडी सुरती दा इशनान नहीं हो रहा। जदों 24 घंटे शुकर निकलण लग जाए, तुसीं सुरती दा भी इशनान कर लिया। किते लिखिया होया, आ पंक्ति पढ़ो, तुसीं पढ़दे रहिंदे हो, जिथे साहब कहंदे ने सुनिया मन्निया, पढ़ो सुनिया मन्निया मन कीता भाओ, अंतरगत तीर्थ मल नाओ। अंतरगत तीर्थ सुरती का इशनान हो गया। की निशानी है? सिख 24 घंटे शुकराने विच कहण लग पैंदा है, सब गुण तेरे मैं नाही कोए। आखो सब गुण
मैं नाही कोए, बिन गुण कीते भगत ना होए। जे तुसी दया ना करो असीं कादी भगती कर लेनी, जे तुहाडी किरपा ना होवे किवें इत्थे सीसगंज साहब चल के आ जाओगे। साध संगत मैनू माफ़ करियो, ये गुरु की नज़र तो बगैर नहीं हो सकता। 24 घंटे गुरु नाल वरतदा, एवें थोड़ी लिख के दिता है। दुकालंग प्रणासी दयालंग स्वरूपे, सदा अंग संगे अपंगंग बेपूते। असीं 3 वजे साध संगत चले दिल्ली नूं। अज हुण तुसीं टाइम वेखो, जदों नैवीगेशन भरिया वो 9:55 10 वजे का टाइम दसदा है। इन्ना रश, इन्नी ट्रैफिक, सब कुछ है। ये गुरु नूं फिक्र है। जिहड़ा नैवीगेशन कहंदा सी 10 वजे तो पहलां सीसगंज पहुँच नहीं सकते, ये गुरु तेग बहादुर साहब महाराज की नदर है। साध संगत 8:55 ते गुरु ने पहुँचा दिता। ये तो कल्ला बाहरी रस्ते ने ना, जिन्हों गुरु साफ करने, तो दुनियावी रस्ते ने। वो सिखो याद रखियो, सिख भावना ते प्रेम नाल गुरु नूं सिमर के वेखे जाओ। ये सिखा आलोक दे रस्ते तो कुछ भी नहीं, गुरु तो तेरे परलोक दे रस्ते भी सीधे कर देगा। बस अंदर भावना चाहिए। 24 घंटे सिख शुकराने विच रवे, ओदी सुरती दा इशनान हुंदा है। वो हर वक्त कहंदा रवे, सब गुण तेरे मैं नाही कोए, बिन गुण कीते भगत ना हो। एक बार मेरा मन करदा तुसीं प्यार विच आके कहो सारे, सब गुण तेरे मैं नाही कोए, सब गुण तेरे मैं नाही कोए, सब गुण मैं नाही कोए, सब गुण बिन गुण कीते भगत न होए, बिन गुण कीते भगत न होए, बिन गुण कीते भगत न होए, बिन गुण जी। सब गुण तेरे मैं नाही कोए, सब गुण तेरे मैं नाही कोए, सब गुण मैं नाही कोए, सब गुण सिख फिर सुरती करके कहंदा, करण कारण प्रभ एक है दूसर नाही, नानक तिस बलिहारणे जल थल मैयल सोए। थोड़े मिनट होर ध्यान नाल टिक के सुनियो। 10वें पातशाह ने पंक्ति कही, गुरु हरकृष्ण साहब महाराज की वडियाई विच अरदास विच कहने, श्री हरकृष्ण ध्याई है जिस डिठे सब दुख जाए। दो गल्लां कईयां ने, एक देखना डिठे ते दूजा सुनना ध्याना। सतगुरु गुरु अर्जन देव महाराज जी का सुखमनी साहब का एक पद है, ਉਹਦੀ व्याख्या मैं पढ़ रहा सी। ਉਹਦੇ ਵਿੱਚ महाराज ने कहा, 5 तरीके ने सिखा, तेरी सुरत पवित्र हो जाएगी, तू गुरु का रूप होने लग जाएगा, तेरा जन्म सफल हो जाएगा और तैनू गुरु इस मानस देह विच रहिंदियां संत बना देगा। पहला तरीका ਉਹਦੇ ਵਿੱਚ साहब ने कहा, गुरु के दर्शन करिया कर। दिन विच एक वार सवेरे शाम वक्त कढ़े, ये सिख नूं गुरु का हुक्म है, एक बार गुरु के दर्शन जरूर करे। तुसीं वैसे श्लोक रोज़ पढ़ते रहिंदे हो। 4 कर्म पातशाह ने कंपलसरी किया सिख लई। श्लोक महला 5वां, अंतर गुर आराधना, घर बैठे भी कर सकते हो, दुकान पर भी कर सकते हो। दूजा अंतर गुर आराधना, जेवा जप गुर नाओ। जीव नाल वाहिगुरू कहना, ड्राइव करदियां कही जाओ, गुरुद्वारे आउण दी लोड़ ही नहीं। पर जिहड़े अगले 2 कर्म ने, वो काम करने लई तुहानूं गुरुद्वारे आउणा ही पएगा। अंतर गुर आराधना, जेवा जप गुर नाओ। ये घर विच रहिंदियां, जॉब ते रहिंदियां, दुकान ते बैठियां, ड्राइव करदियां हो सकदा है अगला कर्म
ਸਾਹਿਬ ਕਹਿੰਦੇ ਨੇਤਰੀ ਸਤਿਗੁਰ ਪੇਖਣਾ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ। ਹੁਣ ਤੁਸੀਂ ਦੋਵੇਂ ਕਰਮ ਨਹੀਂ, ਚਾਰੇ ਇਕੱਠੇ ਕਰ ਰਹੇ ਹੋ। ਗੁਰੂ ਦੇ ਦਰਸ਼ਨ ਵੀ, ਕੰਨਾਂ ਨਾਲ ਗੁਰੂ ਦਾ ਉਪਦੇਸ਼ ਵੀ, ਜੇਬਾਂ ਨਾਲ ਜਪ ਵੀ ਰਹੇ ਹੋ, ਤੇ ਅੰਦਰੋਂ ਅੰਤਰ ਧਿਆਨ ਵੀ ਕਹਿ ਰਿਹਾ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਪਹਿਲਾਂ ਬਚਨ ਕਿਹਾ ਸਫਲ ਦਰਸ਼ਨ। ਗੁਰੂ ਦਾ ਦਰਸ਼ਨ ਸਫਲ ਹੈ ਭਾਈ, ਫਲ ਦੇਣ ਵਾਲਾ ਹੈ, ਵਿਅਰਥ ਨਹੀਂ ਜਾਣਾ। ਤੂੰ ਗੁਰੂ ਦੇ ਦਰਸ਼ਨ ਕਰਕੇ ਜਾਈਂ, ਤੈਨੂੰ ਫਲ ਜ਼ਰੂਰ ਮਿਲਣਾ। ਸਫਲ ਦਰਸ਼ਨ ਪੇਖਤ ਪੁਨੀਤ, ਜਿਸ ਡਿਠੇ ਸਭ ਦੁੱਖ ਜਾਏ। ਪੇਖਤ ਪੁਨੀਤ, ਤੂੰ ਪਵਿੱਤਰ ਹੋਣ ਲੱਗ ਪੈਣਾ। ਸਫਲ ਦਰਸ਼ਨ ਪੇਖਤ ਪੁਨੀਤ ਭੇਟਤ, ਜੇ ਤੂੰ ਗੁਰੂ ਨੂੰ ਮਿਲ ਜਾਏ। ਭੇਟਤ ਦਾ ਅਰਥ ਹੈ ਸੰਗਤ ਵਿੱਚ ਜੁੜਨਾ, ਪਰਸਣ ਦਾ ਅਰਥ ਹੈ ਸੰਗਤ ਵਿੱਚ ਜੁੜ ਕੇ ਬਾਣੀ ਪੜ੍ਹਨੀ। ਪੜੋ ਬਚਨ ਤੁਹਾਨੂੰ ਯਾਦ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ। ਭੇਟਤ ਸੰਗ ਰਾਮ ਗੁਣ ਰਵੇ, ਭਾਰ ਬ੍ਰਹਮ ਕੀ ਦਰਗਾਹ ਗਵੇ। ਤੇਰੀ ਪਹੁੰਚ ਦਰਗਾਹ ਤੱਕ ਹੋ ਜਾਣੀ। ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਣ ਕਰ ਬਚਨ ਕਰਨ ਆਗਾਨੇ। ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾ ਕਾ ਮੰਤਰ। ਪੰਜਵੀਂ ਚੀਜ਼ ਹੈ, ਗੁਰੂ ਨੇ ਜੇ ਖੁਸ਼ ਹੋ ਕੇ ਤੈਨੂੰ ਮੰਤਰ ਦੇ ਦਿੱਤਾ ਆਪਣਾ, ਜੇ ਉਹ ਮੰਤਰ ਗੁਰੂ ਨੇ ਬਖਸ਼ ਦਿੱਤਾ, ਭਾਈ ਇੱਕੋ ਦ੍ਰਿਸ਼ਟੀ ਗੁਰੂ ਦੀ ਪੈਣ ਦੀ ਦੇਰ ਹੈ। ਪੂਰਾ ਗੁਰ ਅਖਿਓ, ਅਖਿਓ ਦਾ ਅਰਥ ਹੁੰਦਾ ਜਿਹੜਾ ਨਾਸ਼ ਨਹੀਂ ਹੁੰਦਾ। ਅਖਿਓ ਗੁਰ ਮੰਤਰ, ਤੇ ਫਿਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਇੱਕੋ ਦ੍ਰਿਸ਼ਟੀ ਗੁਰੂ ਦੀ ਪੈਣੀ ਹੈ, ਤੂੰ ਸੰਤ ਹੋ ਜਾਣਾ ਹੈ, ਤੇਰੀ ਬਿਰਤੀ ਪੁਨੀਤ ਹੋ ਜਾਣੀ ਹੈ। 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਤਿਗੁਰ ਦੇ ਦਰਸ਼ਨਾਂ ਲਈ ਸੰਗਤ ਬੜੇ ਉਮਾ ਤੇ ਚਾਅ ਨਾਲ ਲਾਹੌਰ ਤੋਂ ਚੱਲੀ। ਦਰਸ਼ਨ ਕਰਨ ਸ਼੍ਰੀ ਕੀਰਤਪੁਰ ਸਾਹਿਬ ਆਉਣਾ ਸੀ, ਤੇ ਸਾਧ ਸੰਗਤ ਰਸਤੇ ਵਿੱਚ ਇੱਕ ਚੋਰ ਬੰਦਾ ਸੰਗਤ ਵਿੱਚ ਰਲ ਗਿਆ। ਹੁਣ ਚੋਰ ਦੇ ਕਿਹੜਾ ਮੱਥੇ ਤੇ ਲਿਖਿਆ ਚੋਰ ਹੈ, ਉਹ ਸੰਗਤ ਵਿੱਚ ਰਲਿਆ ਇੱਕ ਬਿਰਤੀ ਲੈ ਕੇ। ਇਤਿਹਾਸ ਕਹਿੰਦਾ ਉਹਦੇ ਮਨ ਵਿੱਚ ਸੀ ਜਿੱਥੇ ਮੌਕਾ ਮਿਲਿਆ ਕਿਸੇ ਦਾ ਪਰਸ ਕੱਢ ਕੇ ਜਾਂ ਕਿਸੇ ਦੀ ਗਠੜੀ ਫਰੋਲ ਕੇ ਜੋ ਮਿਲਿਆ ਨਿਕਲ ਜਾਣਾ। ਉਹਦੇ ਕਰਮ ਚੰਗੇ, ਉਹਦੇ ਭਾਗ ਚੰਗੇ, ਉਹਨੂੰ ਮੌਕਾ ਹੀ ਨਹੀਂ ਮਿਲਿਆ ਚੋਰੀ ਦਾ। ਰੱਬ ਦਾ ਸ਼ੁਕਰਾਨਾ ਕਰਿਓ, ਤੁਹਾਨੂੰ ਜ਼ਿੰਦਗੀ ਵਿੱਚ ਮਾੜਾ ਕਰਮ ਕਰਨ ਦਾ ਮੌਕਾ ਹੀ ਨਾ ਮਿਲੇ। ਇਹ ਗੁਰੂ ਨੂੰ ਕਹਿਣਾ ਪੈਂਦਾ, ਦਾਤਾ ਜੋ ਕੰਮ ਭਾਵੇ ਸੋਈ ਕਰਾਈ, ਜੋ ਨਾ ਭਾਵੇ ਉਹ ਚਿੱਤ ਵਿੱਚ ਬਿਨਾ ਲਿਆਈ। ਕਰਾਈ ਨਾ, ਗੁਰੂ ਰੁਕਾਵਟ ਪਾ ਦਿੰਦਾ। ਇਹ ਤਾਂ ਗੁਰੂ ਦੇ ਹੱਥ ਹੈ ਨਾ। ਮੌਕਾ ਮਿਲ ਜਾਏ ਬੰਦਾ ਬੇਈਮਾਨ ਹੋਣ ਤੋਂ ਰਹਿ ਨਹੀਂ ਸਕਦਾ। ਮਨ ਦਾ ਕੋਈ ਯਕੀਨ ਨਹੀਂ, ਡੋਲੇ ਨਾ ਡੋਲੇ, ਲੱਖਾਂ ਤੇ ਨਾ ਡੋਲੇ। ਜਿੱਦਣ ਡੋਲਣ ਤੇ ਆਉਂਦਾ ਉਦਣ ਕੱਖਾਂ ਤੇ ਡੋਲ ਜਾਂਦਾ। ਇਸ ਲਈ ਗੁਰੂ ਅੱਗੇ ਅਰਦਾਸ ਕਰਨੀ। ਉਹਦੇ ਭਾਗ ਚੰਗੇ, ਉਹਨੂੰ ਮੌਕਾ ਹੀ ਨਹੀਂ ਮਿਲਿਆ। ਦਿਨ ਲੰਘ ਗਿਆ, ਮੌਕਾ ਨਾ ਬਣਿਆ। ਸ਼ਾਮਾਂ ਪਈਆਂ, ਰਹਿਰਾਸ ਦਾ ਪਾਠ ਸੰਗਤ ਵਿੱਚੋਂ ਸੁਣਿਆ। ਹੁਣ ਸੰਗਤ ਦਾ ਅਸਰ ਹੋਣਾ ਸੁਭਾਵਕ ਸੀ, ਬਾਣੀ ਕੰਨਾਂ ਵਿੱਚ ਪੈਂਦੀ ਰਹੀ। ਉਹ ਚੋਰ ਬਣ ਕੇ ਨਾਲ ਤੁਰਿਆ ਰਿਹਾ। ਰਾਤ ਮੁੱਕ ਗਈ ਤਾਂ ਵੀ ਮੌਕਾ ਨਾ ਮਿਲਿਆ। ਦਿਨ ਚੜਿਆ, ਸਿਖਰ ਦੁਪਹਿਰ ਤੱਕ ਕੀਰਤਪੁਰ ਸਾਹਿਬ ਪਹੁੰਚ ਗਿਆ। ਪਛਤਾਵਾ ਵੀ ਹੋਇਆ, ਐਡੀ ਦੂਰ ਵੀ ਆਇਆ, ਚੋਰੀ ਦਾ ਮੌਕਾ ਨਾ ਮਿਲਿਆ। ਪਰ ਇੱਕ ਮਨ ਅੰਦਰੋਂ ਖੁਸ਼ ਹੋ ਕੇ ਕਹਿੰਦਾ ਇਹ ਤਾਂ 20-25 ਬੰਦੇ ਸੀ, ਇੱਥੇ ਤਾਂ ਸੈਂਕੜੇ ਘੁੰਮਦੇ ਨੇ। ਚਲੋ ਹੁਣ ਕਿਸੇ ਨਾ ਕਿਸੇ ਦਾ ਤਾਂ ਬਣੀ ਜਾਣਾ ਨਾਲ। ਮੈਂ ਕਿਸੇ ਨਾ ਕਿਸੇ ਦੇ ਪੈਸੇ ਕੱਢ ਕੇ ਚੀਜ਼ ਚੁਰਾ ਕੇ ਨਿਕਲ ਜਾਣਾ। ਗੁਰੂ ਦੇ ਦਰ ਦਾ ਸਿਧਾਂਤ ਰਿਹਾ ਪਹਿਲੇ ਪੰਗਤ ਤੇ ਪਾਛੇ ਸੰਗਤ। ਇਹਦਾ ਕਾਰਨ ਇੱਕ ਅੱਜ ਵੀ ਮੈਂ ਲਾਈਵ ਤੋਂ ਕਿਹਾ। ਠੀਕ ਹੈ, ਲੋਕ ਵਰਤ ਰੱਖਦੇ ਨੇ, ਰੋਜ਼ੇ ਰੱਖਦੇ ਨੇ, ਧਰਮ ਦੀ ਗੱਲ ਹੈ, ਚੰਗੀ ਹੈ, ਪਰ ਹਕੀਕਤ ਇਹ ਹੈ ਤੁਸੀਂ ਵਰਤ ਰੱਖ ਕੇ ਵੇਖ ਲਓ, ਤੁਹਾਡੀ ਸੁਰਤ ਰੱਬ ਵੱਲ ਘਟ ਜਾਏਗੀ, ਬੰਦੇ ਨੂੰ ਰੋਟੀ ਨਚੇ ਤੇ ਆਏਗੀ। ਇਸ ਲਈ ਗੁਰੂ ਨੂੰ ਇਸ ਗੱਲ ਨਾਲ ਪਾਤਸ਼ਾਹ ਨੇ ਬਖਸ਼ਿਸ਼ ਕਿਰਪਾ ਕੀਤੀ। ਸਾਹਿਬ ਨੂੰ ਪਤਾ ਸੀ ਭੁੱਖੇ ਭਗਤ ਨਾ ਕੀਜੇ, ਭੁੱਖਿਆਂ ਭਗਤੀ ਨਹੀਂ ਹੋਣੀ। ਕੋਈ ਦੂਰੋਂ ਚੱਲ ਕੇ ਆਇਆ, ਪਹਿਲਾਂ ਪੰਗਤ ਵਿੱਚ ਜਾ ਕੇ ਲੰਗਰ ਛਕ ਲੈ, ਫਿਰ ਸੰਗਤ ਵਿੱਚ ਇਤਮਾਨ ਨਾਲ ਬੈਠੇ, ਉਹਦੀ ਸੁਰਤ ਜੁੜੇਗੀ। ਜਦੋਂ ਪਹਿਲੇ ਪੰਗਤ ਪਾਛੇ ਸੰਗਤ, ਸੰਗਤ ਪਹਿਲਾਂ ਆਉਂਦਿਆਂ ਲੰਗਰ ਛਕਣ ਗਈ, ਉਹ ਚੋਰ ਵੀ ਨਾਲ ਚਲਾ ਗਿਆ। ਜਿਵੇਂ ਸੰਗਤ ਨੇ ਐ ਹੱਥ ਕਰਕੇ ਪ੍ਰਸ਼ਾਦਾ ਲਿਆ, ਦੋਵੇਂ ਹੱਥ ਉਹਨੇ ਵੀ ਇਸ ਤਰ੍ਹਾਂ ਲਿਆ। ਪਹਿਲੀ ਵਾਰ ਉਹਨੇ ਪੰਗਤ ਵਿੱਚ ਛਕਿਆ,
संगत ने छकण तो पहला मस्तक नूं प्रशादा ला के कहा सतनाम श्री वाहिगुरु। उन्हें भी कहा हुण इन्हां चीज़ां दा असर तो होना ही सी। गुरु का छकिया भोजन प्रशादा छकण तो बाद संगत चल पई गुरु के दरबार वल। चोर भी नाल नाल हो तुरिया। रात पै गई, अज तो मैं चोरी कर ही लैनी है। जदों वो चोर नाल तुर पिया, संगत वल गया, गुरु के दरबार में कदम रखन लगा, ਉਹਦੇ मन चों आवाज़ आई तू तो चोर है, तेरा की काम है गुरु दे कोल। तुहाडी जिंदगी का तजर्बा रहना है 5% भी मन सचियार होवे ना, माफ़ करियो, पूरा पूरा होना बहुत औखा है। ये तो गुरु ही नज़र दृष्टि करता है। 5-10% भी मन सचियार होवे, तजर्बा करके वेख्यो, जिहड़ा थोड़ी भी बाणी पढ़दा है, एक जपजी साहिब का भी पाठ करदा है, जदों तुसीं नितनेम करोगे जां गुरुद्वारे आओगे, ये तुहाडा तजर्बा रहना है। पिछले 24 घंटिਆਂ में जिहड़ा सब तो नखिद्ध काम कीता ਉਹ ਤੁਹਾਨੂੰ चेते जरूर होना है। आ मेरे तो गलती हुई है। जदों वो याद आवे ना कोई कर्म, उदों गुरु नूं रोक के कह दिया करो दाता इचों तुइयों कढ़ सकदा है। ये कहना पैना गुरु नूं किते गणो असंख अवगण मेरिया, ज्यों जानो त्यों राख हर प्रभ तेरे। महाराज है तेरे जिद्दां दे मर्जी। वो नखिद्ध कर्म चेते आउंदा। चोर बड़िया गुरु दरबार विच ते गुरु हरकृष्ण साहब महाराज दरबार च पैर रखदिया, ਉਹਦੇ मन ने कहा तू तो चोर है, तेरा की काम है गुरु को। मत्था ना टेकिया, पिछे बह गया। कीर्तन चल रहा है, पिछों उच्चा होके वेखदा मोहरे गुरु कौन है। चंदन की चौंकी तख्त उत्ते बाला प्रीतम श्री गुरु हरकृष्ण साहब महाराज विराजमान ने। इन्हें वेख्या इन्नी छोटी उम्र का गुरु, इन्नी छोटी उम्र का गुरु। अंदरों सवाल उठया, जे पूरा गुरु है फिर अंतरजामी होना है, जे अंतरजामी है फिर गुरु नूं पता होना मैं चोर है। ये गुरु नाल गल्लां करन लग पिया। मैं एक दिन अगे भी ये बेनती लाइव तो कही सी दरबार साहब तो, वो भागां वालियां रूहां जिहड़ियां गुरु नाल संगत विच बैठ के लाइव हो जाण, नहीं तो बैठे तुसीं इत्थे हो ते सुरत किते होर गल्लां करदी। गुरु नाल सीधा लाइव हो जाना। गुरु बोलदा है सिखा तैनूं बुलाउणा आउणा चाहीदा, वो सुरत करके चोर गल्लां करदा है। जे गुरु अंतरजामी फिर तो जानता होना है, फिर तो गुरु नूं पता मैं चोर है। पिछों उच्चा होके गुरु वाल वेखदा, सीधा गुरु नाल गल्लां करदा। गुरु हरकृष्ण साहब महाराज भी उहदे नाल सीधे लाइव हो गए। वो सिखा तू गुरु नाल सीधा होके वेख, गुरु तेरे वाल सीधा हो जांदा है। जदों वो चोर गुरु नाल गल्लां करे तो गुरु ने भी उधर हुण सुरत कर लई। जिवें कीर्तन का शब्द समाप्त होया, बाला प्रीतम बड़ी मिठी आवाज़ विच बोले। सतगुरां दी 5.5 पौने को 6 साल की उम्र है। बड़ी मिठी आवाज़ विच गुरु हरकृष्ण साहब महाराज शब्द कीर्तन की समाप्ति तो बोले, सीधा उहनूं ही बोलन लगे। पातशाह कहते भाई जे कोई चोर होवे, साध संगत जे कोई चोर होवे, चोर तो हिल गया, चोर तो मैं ही होया। हुण गुरु भी सीधा लाइव हो गया ना उहदे नाल। साहब ने कहा साध संगत जे कोई चोर होवे, चोर दी जामनी, चोर दी हामी, चोर दी गरंटी तां कोई लोग संसार समाज विच नहीं लैंदे। भाई दसो चोर दी हामी दरगाह विच कौन भरेगा? चोर तां शरीर पानी हो गया, अंदरों कहंदा ये तो गुरु अंतरजामी है, ये तो मेरे बारे के। फिर एक सवाल होर पैदा हो, जे मैनू ही कहंदे ने मेरा नाम लैके कहण खां, किन्ना नेड़े हो गया। श्री गुरु हरकृष्ण साहब महाराज मिठी आवाज विच बोले, चोर की हम भरे ना कोई, चोर किया चंगा क्यों होए। चोर तो पानी हो गया ना। चोर की हम भरे न कोई, चोर किया चंगा क्यों होए। सुन मन अंधे कुत्ते कूड़ियार, बिन बोले बुझे सचियार। हुण ओ चोर अंदरों बोलदा जे मैनू कहंदे ने अखां नीवियां कर लईआं, नाले अंदरों कहंदा फिर मेरा नाम लैके बोलण। ਉਹਦਾ नाम इतिहास में आया जी जसवंत राय।
श्री गुरु हरकृष्ण साहब महाराज वाला प्रीत सीधे संगत विच उहदे वल वेखदे ने, सब तो पिछे बैठा जदों उन्हें सिर उच्चा करके गुरु वल वेखिया, 8वें प्रीतम धन गुरु हरकृष्ण साहब महाराज पातशाह प्यार नाल बोले, जी तुसीं अगे आ जाओ उठ के। संगत पिछे वेखण लग पई, किहनूं बुला रहे ने महाराज? पातशाह ने कहा, जसवंत राय जी तुहानूं कह रहे हैं, तुसीं अगे आ जाओ। गुरु चोरां नूं भी पिछों चुक के अगे बिठा लैंदा है, पर शर्त यह है तू गुरु कोल आके मन लें कि मैं चोर है। तू मन जाए कि तू चोर है, तेनू गुरु पिछों चुक के अगे बिठा लेगा। ये गुरु की शर्त है, तेनू एडमिट करना पेगा। मैं औगणा नाल भरिया, ताइयों जदों सचखंड श्री दरबार साहब तो अमृत वेले हुक्मनामा आउंदा है, मुख वाक सुनाउण तो पहला आ पंक्ति जरूर तब्या बैठे सिंह साहब कहणगे कि हम अवगण भरे एक गुण। तेनू एडमिट करना पैना, मनना पैना, गुरु अंतरजामी। पर जदों तू मन जाए, अज चोर मन्ने ते 8वें पातशाह बोले, जसवंत राय जी तुहानूं कह रहे हैं अगे आ जाओ। हुण गुरु तक पहुंचे 20-21 कदम की गल सी, वो 20-21 कदम शरीर मिट्टी हो गया, पानी हो गया, तुरया ना जाए। संगत वेखदी है ते साध संगत वो 21 कदमां विच ऐं लगा जिवें 84 का भार मुक गया होवे। आउंदियां श्री गुरु हरकृष्ण साहब महाराज दे चरनां ढह पिया, महाराज मैं चोर है। चोर दा अगे की काम है? महाराज मैं तो चोरी करन तुरिया होया तुहाडे दरबार। कोई पैसे चढ़ा रहा है, कोई सेवा कर रहा है, कोई दान कर रहा है। महाराज मैं तो चोर है, चोर दा अगे की काम है? 8वें पातशाह ने प्यार विच आके कहा, हुण तू चोर नहीं रहा जसवंत राय, ये गुरु नानक दा घर है। जे गुरु की दृष्टि पै जाए, इत्थे चोर भी संत हो जाते ने। अमृत दृष्टि पै जाए, चोर भी संत हो सकता है। साहब ने क्या पूरा गुरखे जा का मंत्र, अमृत दृष्ट पेखे हुए संत। अमृत भरी दृष्टि पाके क्या जसवंत राय बोल सतनाम श्री वाहिगुरु। गुरु ने चोर नहीं रहन दिता, जसवंत राय नूं संत बना दिता। साध संगत धन गुरु हरकृष्ण साहब महाराज जिन्हां दे दर्शन कीतिआं आ फल मिलिआ। माफ़ करियो, कल्ला शरीर का दुख नहीं, सुरती दे दुख भी मिट जाते हैं। कल्ला इस जन्म का नहीं, जन्मां जन्मां दे दुख मिट जाते हैं। जन्म मरण तक का दुख निवारे, ये गुरु दे कोल वडियाई है। साध संगत वो जन्म मरण का दुख मिटा दिंदा है। पर कोई गुरु नूं लाइव हो जाए, एक बार सीधा हो जाए गुरु वाल, गुरु नूं कह दे दाता आ कुछ मेरे विच औगण ने, फिर साध संगत ये ठीक है। राजा मिर्जा जय सिंह अंदरों 50% शरदा सी, 50% ये भी सी मैनू राजे ने कहा, पर उन्हें मन भर के कहा दाता जिहड़ा अद्धा कच्चा रह गया हुण उहनूं भी पक्का कर दिया। ये सतगुर ने नदर किरपा की। राजा मिर्जा जय सिंह नूं गुरु ने 100% पका दिता, ते जिहड़ी चीज़ अंदर उहदे महाराणी दे पटराणी दे अंदर रह गई कि परख तां लवां ये गुरु है भी कि नहीं, शंका हो जांदा है। गुरु वो है जिहदी वडियाई साहब ने बचन किया, कोई भरम रहन ही नहीं दिंदा गुरु। जिस मिले मन होए आनंद सो सतगुर कहिए, मन की दुविधा बिन सजाए हर परम पद लइए। फुटो अंडा भरम का मनै भया प्रगास, गुर काटी बेड़ी पगत किन्नी बंद खलास। छटी रख के सरते साहब ने कहा ये भी नहीं राणी, ये भी नहीं राणी, ये भी नहीं राणी। जदों उहदे कोल आए इक्को गल कही, बेटा जिन्हों रब ने राणी बनाया होवे उहनूं नौकरानी नहीं बनना चाहिए। तैनू रब ने राणी बनाया, नौकरानी क्यों बनी है? चरनी ढह पई। ऐसी शरदा अंदर प्रेम नाल जागी। मैं कई बार बेनती करदा उन्हां दुनिया में वड्डे वड्डे राजियां ने किले बनाए, महल बनाए, बंगले बनाए, अरबां रुपया लगा तुहाडे सामने ताज महल लोग वेखण जांदे ने, कबूतर बोलते ने, पंछी उड़ते ने, बिठा हुंदियां ने। दुनिया में साध संगत वड्डे वड्डे राजियां ने किले बनाए, महल बनाए, वक्त पै के राजे मर गए, वो किले ते वो महल खंडर हो गए। दुनिया विच इक्को एक बंगला है जिन्हों अज दुनिया बंगला साहब करके पूजदी है। वो पता क्यों? उत्थे मेरे साहब गुरु हरकृष्ण साहब महाराज दे चरण पे वो आम बंगला भी अज बंगला साहब हो गया।
ਸਮਾਂ ਸਮਾਪਤ ਹੈ। ਆਪਾਂ ਗੁਰੂ ਦੀਆਂ ਵਡਿਆਈਆਂ, ਮੇਰੀ ਹਾਜ਼ਰੀ ਕੱਲ ਸਵੇਰੇ ਵੀ ਇੱਥੇ ਹੈ, ਉਸ ਤੋਂ ਬਾਅਦ ਇੱਕ ਹਾਜ਼ਰੀ ਹੋਰ ਹੈ ਫਿਰ ਰਾਤ ਦੀ ਇੱਥੋਂ ਫਰੀਦਾਬਾਦ ਹੈ। ਸਮਾਂ ਸਮਾਪਤ ਹੋ ਗਿਆ ਤੇ ਆਪਾਂ ਇੱਕ ਗੁਰੂ ਦੇ ਚਰਨਾਂ ਵਿੱਚ ਪਿਆਰ ਨਾਲ ਪੰਕਤੀ ਪੜ੍ਹ ਲਈਏ। ਹੇ ਦਾਤਾ, ਤੇਰੇ ਦਰਸ਼ਨ ਕੀਤਿਆਂ ਦੁੱਖ ਮਿਟਦੇ ਨੇ, ਤੈਨੂੰ ਧਿਆਇਆਂ ਦੁੱਖ ਮਿਟਦੇ ਨੇ, ਪਰ ਇੱਕ ਸਾਧ ਸੰਗਤ ਇਹ ਅੰਦਰੋਂ ਸੱਚ ਕਰਕੇ ਜਾਣਿਓ, ਧਿਆ ਵੀ ਹੋ ਸਕਦਾ ਜਿੱਤੇ ਗੁਰੂ ਦੀ ਨਜ਼ਰ ਹੋਵੇ, ਨਹੀਂ ਤੇ ਧਿਆਏ ਨਹੀਂ ਸਕਦੇ ਤੁਸੀਂ। ਜੇ ਸਭ ਨੂੰ ਧਿਆਉਣਾ ਆਉਂਦਾ ਹੋਵੇ ਤੇ ਸਾਰਿਆਂ ਦੇ ਦੁੱਖ ਮਿਟ ਜਾਣੇ ਚਾਹੀਦੇ ਸੀ। ਜੇ ਸਭ ਨੂੰ ਗੁਰੂ ਦਰਸ਼ਨ ਕਰਨੇ ਆਉਂਦੇ ਹੋਣ ਤੇ ਆਪਾਂ ਸਾਰੇ ਸੁਖੀ ਹੁੰਦੇ। ਦਰਸ਼ਨ ਕਰਨੇ ਧਿਆਉਣਾ ਆਪਣੇ ਵੱਸ ਦੀ ਗੱਲ ਨਹੀਂ। ਗੁਰੂ ਨੂੰ ਕਹਿ ਕੇ ਜਾਇਓ, ਦਾਤਾ ਸਾਨੂੰ ਧਿਆਉਣਾ ਸਿਖਾ ਦਿਓ। ਗੁਰੂ ਹਰਕ੍ਰਿਸ਼ਨ ਸਾਹਿਬ ਧਿਆਈ ਦਾ ਕਿਵੇਂ ਹੈ? ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਧਿਆਈ ਦਾ ਕਿਵੇਂ ਹੈ? ਇਹ ਸਾਡੇ ਤੇ ਕਿਰਪਾ ਤਰਸ ਕਰ ਦਿਓ। ਇੱਥੇ ਇੱਕ ਪਰਿਵਾਰ ਹੈ, ਥੋੜੇ ਦਿਨ ਪਹਿਲਾਂ ਮੈਂ ਹਾਜ਼ਰੀ ਸੀ ਬੰਗਲਾ ਸਾਹਿਬ ਦੀ, ਉਹ ਸੱਜਣ ਸੰਗਤ ਸ਼ਾਇਦ ਆਈ ਹੋਵੇ, ਉਹਨਾਂ ਦੇ ਅਸੀਂ ਗ੍ਰਹਿ ਗਏ। ਉਹ ਤਿੰਨੇ ਜੀ ਨੇ, ਬੇਟਾ ਹੈ ਤੇ ਦੋਵੇਂ ਉਹ ਵਾਈਫ ਹਸਬੈਂਡ ਨੇ। ਉਹਦੇ ਹਸਬੈਂਡ ਨੂੰ ਕਰੋਨਾ ਹੋ ਗਿਆ। ਤੁਹਾਨੂੰ ਪਤਾ ਕਿੱਦਾਂ ਦੇ ਦੌਰ ਵਿੱਚੋਂ ਦੁਨੀਆ ਲੰਘੀ ਹੈ, ਲੰਘ ਰਹੀ ਹੈ। ਗੱਡੀ ਉਹਨਾਂ ਦੇ ਕੋਲ ਨਹੀਂ, ਆਟੋ ਵਾਲਾ ਕੋਈ ਆਵੇ ਨਾ, ਆਂਢ ਗੁਆਂਢ ਕੋਈ ਮਦਦ ਨਾ ਕਰੇ। ਰਿਸ਼ਤੇਦਾਰ ਸਕਿਆਂ ਨੇ ਕਹਿ ਦਿੱਤਾ ਭਾਈ ਕਾਲ ਕਰ ਦਿਓ ਐਂਬੂਲੈਂਸ। ਐਂਬੂਲੈਂਸ ਤਾਂ ਕਿੱਥੇ ਆ ਰਹੀ ਸੀ। ਉਹ ਜਿੱਥੇ ਵੀ ਫੋਨ ਕਰਨ ਅੱਗੇ ਉਹਦੀ ਆਕਸੀਜਨ ਘਟਦੀ ਜਾਵੇ, ਉਹ ਬੜਾ ਦੁਖੀ, ਉਹਦੇ ਕੋਲ ਨਾ ਕੋਈ ਜਾਵੇ। ਤੇ ਜਿਹੜੀ ਉਹਦੇ ਘਰੋਂ ਹੈ ਨਾ ਬੀਬੀ, ਉਹ ਬੜੀ ਭਾਵਨਾ ਵਾਲੀ ਹੈ। ਹਰ ਸਿੱਖ ਨੇ ਆਪਣੇ ਘਰ ਵਿੱਚ ਤਕਰੀਬਨ ਦਿੱਲੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਸਰੂਪ ਫੋਟੋ ਘਰ ਵਿੱਚ ਲਾਈ ਹੈ। ਤੁਸੀਂ ਯਾਦ ਕਰਦੇ ਹੋ, ਪ੍ਰੇਮ ਹੈ, ਜੋਤ ਇੱਕੋ ਹੀ ਹੈ। ਦਰਬਾਰ ਸਾਹਿਬ ਜਾਓ, ਤੁਹਾਡੀ ਰਸਨਾ ਤੋਂ ਆਪੇ ਨਿਕਲਦਾ ਧੰਨ ਗੁਰੂ ਰਾਮਦਾਸ ਜੀ। ਉਹ ਮਾਈ ਕਹਿੰਦੀ ਫਿਰ ਰਸਤਾ ਨਹੀਂ ਕੋਈ ਰਿਹਾ, ਜਦੋਂ ਸਕੇ ਨਾ ਕੋਈ ਆਏ, ਐਂਬੂਲੈਂਸ ਨਾ ਆਵੇ। ਇੰਜ ਲੱਗਾ ਬੇਟਾ ਵੀ ਮੇਰਾ ਕਹਿਣ ਲੱਗ ਪਿਆ ਕਿ ਮੰਮਾ ਤੁਸੀਂ ਪਾਪਾ ਤੋਂ ਪਰਾਂ ਰਹੋ। 90% ਉਹਨੇ ਮੰਨ ਲਿਆ, ਇਹਨੂੰ ਹੁਣ ਨਹੀਂ ਬਚਾ ਸਕਦਾ ਕੋਈ। ਉਹਨੇ ਆਪ ਵੀ ਕਹਿ ਦਿੱਤਾ ਕਿ ਮੇਰੇ ਤੋਂ ਮੇਰਾ ਮਾੜਾ ਮੋਟਾ ਪੁੱਛ ਲਓ ਜੋ ਕੁਝ ਹੈ ਵੀ ਕੰਮ, ਹੁਣ ਮੈਂ ਨਹੀਂ ਬਚਣਾ। ਤੇ ਉਹ ਆਪ ਉਹ ਭੈਣ ਜੀ ਦੱਸਣ, ਤੇ ਉਹ ਕਹਿੰਦੇ ਇੱਕੋ ਰਸਤਾ ਰਹਿ ਗਿਆ। ਇੱਕਦਮ ਸੁਰਤ ਵਿੱਚ ਆਇਆ, ਜਾ ਕੇ ਘਰ ਜਿਹੜੀ ਫੋਟੋ ਲੱਗੀ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ, ਜਾ ਕੇ ਸੀ ਝੁਕਾ ਕੇ ਰੋ ਪਈ ਪੱਲਾ ਅੱਡ ਕੇ, ਦਾਤਾ ਤੂੰ ਤਾਂ ਵੱਡੇ ਵੱਡੇ ਦੁੱਖ ਹਟਾ ਦਿੰਦਾ, ਸਾਡਾ ਹੁਣ ਕੋਈ ਨਹੀਂ, ਤੁਸੀਂ ਕਿਰਪਾ ਤਰਸ ਕਰੋ। ਉੱਥੇ ਉਹਨਾਂ ਜਲ ਰੱਖਿਆ ਤੇ ਸਾਧ ਸੰਗਤ ਉਹਨੇ ਅਰਦਾਸ ਕਰਕੇ, ਮਾਈ ਨੇ ਰੋ ਕੇ ਗੁਰੂ ਨੂੰ ਧਿਆ ਕੇ। ਦੇਖੋ ਧਿਆਣਾ ਆ ਜਾਏ ਕਿਸੇ ਨੂੰ, ਦੁੱਖ ਤਾਂ ਐ ਮਿਟਦਾ, ਧਿਆਣਾ ਹੀ ਨਹੀਂ ਆਉਂਦਾ ਸਾਨੂੰ। ਉਹਦੇ ਲਈ ਗੁਰੂ ਅੱਗੇ ਅਰਦਾਸ ਕਰਨੀ ਪਈ। ਜਦੋਂ ਉਹਨੇ ਧਿਆ ਕੇ ਅੱਖਾਂ ਭਰ ਕੇ ਰੋ ਕੇ ਕਿਹਾ, ਦਾਤਾ ਹੁਣ ਤੇਰੇ ਬਗੈਰ ਹੋਰ ਕੋਈ ਨਹੀਂ। ਉਹ ਜਲ ਲਿਆ ਕੇ ਉਹਨੇ ਘਰ ਵਾਲੇ ਨੂੰ ਛਕਾਇਆ। ਜਿਹੜੀ ਦਵਾਈ ਕਿਸੇ ਨੇ ਦੱਸੀ ਸੀ ਉਹ ਮੈਡੀਸਨ ਦੇਣ ਲੱਗ ਪਏ। 2.5 ਘੰਟਿਆਂ ਬਾਅਦ ਉਹੀ ਉਹ ਬੰਦਾ ਘਰ ਵਾਲੀ ਨੂੰ ਕਹਿੰਦਾ, ਹੁਣ ਨਹੀਂ ਮਰਦਾ, ਮੈਨੂੰ ਲੱਗਦਾ ਮੈਂ ਠੀਕ ਹੋ ਰਿਹਾ। ਕਿਸੇ ਹਸਪੀਟਲ ਨਹੀਂ ਗਏ, ਕੋਈ ਆਕਸੀਜਨ ਦਾ ਸਿਲੰਡਰ ਨਹੀਂ ਲਿਆਂਦਾ। ਜਿਹੜੀ ਦਵਾਈ ਘਰ ਵਿੱਚ ਸੀ ਉਸੇ ਦਵਾਈ ਨਾਲ ਸਾਧ ਸੰਗਤ 2.5 ਘੰਟੇ ਬਾਅਦ ਕੁਝ ਹੋਰ, ਰਾਤੀ 8 ਵਜੇ ਹਾਲਾਤ ਕੁਝ ਹੋਰ। ਕੱਲ ਸਵੇਰੇ ਉੱਠ ਕੇ ਉਹਨੇ ਆਪੇ ਇਸ਼ਨਾਨ ਕਰਕੇ ਕਿਹਾ ਮੈਂ ਬਿਲਕੁਲ ਠੀਕ ਹੈ। ਅੱਜ ਉਹ ਬੰਦਾ ਵਧੀਆ ਤੰਦਰੁਸਤ ਹੈ। ਜੇ ਗੁਰੂ ਨੂੰ ਧਿਆਣਾ ਆ ਜਾਏ, ਗੁਰੂ ਸਾਧ ਸੰਗਤ ਤੇ ਚੀਜ਼ਾਂ ਰਹਿਣ ਹੀ ਨਹੀਂ ਦਿੰਦਾ। ਤੁਸੀਂ ਭਾਗਾਂ ਵਾਲੇ ਹੋ। ਆਓ ਇੱਕ ਵਾਰ ਗੁਰੂ ਨੂੰ ਤਰਲਾ ਲੈ ਕੇ ਕਹੀਏ, ਦਾਤਾ ਕਿਰਪਾ ਕਰੋ ਅਸੀਂ ਤੁਹਾਨੂੰ ਧਿਆ ਸਕੀਏ, ਇਹ ਸੋਝੀ ਬਖਸ਼ੋ। ਗੱਜ ਕੇ ਪਿਆਰ ਨਾਲ ਕਹੋ, ਫਿਰ ਸਮਾਪਤੀ ਹੈ। ਸਾਰੇ ਪਿਆਰ ਨਾਲ ਆਖਿਓ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਵਾਹ ਵਾਹ, ਸ਼੍ਰੀ ਹਰਿ ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ, ਸ਼੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨੋ ਨਿਧ ਆਵੇ ਧਾਏ, ਸਭ ਥਾਈ ਹੋਏ ਸਾ। ਸਤਿਗੁਰੂ ਕਿਰਪਾ ਤਰਸ ਕਰਨ, ਤੁਹਾਡੀ ਹਾਜ਼ਰੀ ਪ੍ਰਵਾਨ ਹੋਵੇ। ਅਸੀਸ ਦਿਓ, ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ। ਤੁਹਾਡੀ ਚਰਨ ਧੂੜ ਨਾਲ ਅਸੀਂ ਵੀ ਜੀਵਨ ਵਿੱਚ ਕਮਾ ਸਕੀਏ।
ਤਾਂ ਜੋ ਇਹ ਜੀਵਨ ਜਨਮ ਸਤਿਗੁਰੂ ਦੇ ਚਰਨਾਂ ਵਿੱਚ ਲਿਖੇ ਵਿੱਚ ਲੱਗ ਸਕੇ। ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਔਰ ਬਹੁਤ ਧੰਨਵਾਦ ਹੈ ਸਮੂਹ ਪ੍ਰਬੰਧਕਾਂ ਦਾ, ਵੀਰ ਅਮਰਜੀਤ ਸਿੰਘ ਜੀ, ਪੈਂਕੀ ਵੀਰ ਜੀ, ਉਹਨਾਂ ਦੇ ਸੁਪੁੱਤਰ ਭਾਈ ਪਾਹੁਲ ਸਿੰਘ ਜੀ, ਔਰ ਸਮੂਹ ਨਾਲ ਦੇ ਸਹਿਯੋਗੀ ਵੀਰਾਂ ਦਾ, ਜਿਨ੍ਹਾਂ ਤੋਂ ਸਤਿਗੁਰੂ ਸੇਵਾ ਲੈ ਰਹੇ ਨੇ। ਇਸੇ ਤਰ੍ਹਾਂ ਪਾਤਸ਼ਾਹ ਇਹਨਾਂ ਤੋਂ ਸੇਵਾ ਲੈਣ। ਦਾਸਰੇ ਨੂੰ ਇੱਥੇ ਛੁੱਟੀ ਬਖਸ਼ੋ, ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅਸੀਸ ਦਿਓ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।